Hello students, this is Jagdeep Singh. So today we will discuss a very beautiful poem, Character of a Happy Man. This poem is in the PSCB 10th class. So this is the English lecture. This is the second part of the third lesson. So basically this is the first poem which we are discussing. So here is the first some illustration before the poem which we will discuss. The idea conveyed in this poem is that ਜੋ ਆਈਡੀਆ ਇਸ ਦੇ ਵਿੱਚ ਦੱਸਿਆ ਗਿਆ ਵਿਅਕਤ ਕੀਤਾ ਗਿਆ ਕਨਵੇ ਦਾ ਮਤਲਬ ਹੁੰਦਾ ਕੁਝ ਵਿਅਕਤ ਕਰਨਾ ਸਾਹਮਣੇ ਲੈ ਕੇ ਆਉਣਾ ਮੀਨ ਜੋ ਆਈਡੀਆ ਵਿਚਾਰ ਦੱਸਿਆ ਗਿਆ ਇਸ ਪੋਇਮ ਦੇ ਵਿੱਚ ਦੋਜ਼ ਉਹ ਹੂ ਹੈਵ ਲੈਸਰ ਕੇਅਰਸ ਜਿਹੜੇ ਘੱਟ ਪ੍ਰਵਾਹ ਕਰਦੇ ਨੇ ਅੰਬੀਸ਼ਨਸ ਜਿਨ੍ਹਾਂ ਦੇ ਮੀਨਸ ਘੱਟ ਡਿਜ਼ਾਇਰਸ ਹੁੰਦੀਆਂ ਨੇ ਅੰਬੀਸ਼ਨ ਹੁੰਦਾ ਇੱਛਾਵਾਂ ਹੋਣੀਆਂ ਡਿਜ਼ਾਇਰਸ ਹੋਣੀਆਂ ਵਿਸ਼ੇਸ ਹੋਣੀਆਂ ਜਿਨ੍ਹਾਂ ਦੀਆਂ ਘੱਟ ਇੱਛਾਵਾਂ ਹੁੰਦੀਆਂ ਨੇ ਅਤੇ ਜਿਹੜੀ ਘੱਟ ਪ੍ਰਵਾਹ ਕਰਦੇ ਨੇ ਜ਼ਿੰਦਗੀ ਵਿੱਚ ਆਰ ਮੋਸਟ ਕੰਟੈਂਟਡ ਪੀਪਲ ਉਹ ਸਭ ਤੋਂ ਖੁਸ਼ ਇਨਸਾਨ ਲੋਕ ਹੁੰਦੇ ਨੇ ਕੰਟੈਂਟਡ ਹੁੰਦਾ ਗਾ ਖੁਸ਼ ਹੋਣਾ ਹੈਪੀ ਬਲਿਸਫੁਲ ਦੋਜ਼ ਹੂ ਆਰ ਟਰੂਥਫੁਲ ਐਂਡ ਮੋਡੈਸਟ ਜਿਹੜੇ ਸੱਚੇ ਹੁੰਦੇ ਨੇ ਮੋਡੈਸਟ ਹੁੰਦਾ ਜੋ ਆਪਣਾ ਕੰਮ ਕਰਕੇ ਮੀਨਸ ਪ੍ਰਟੈਂਡ ਨਹੀਂ ਕਰਦੇ ਜਿਵੇਂ ਵੀ ਮੈਂ ਆਹ ਕੰਮ ਕਰਦਾ ਅਨਪ੍ਰਟੈਂਡੀਅਸ ਪੀਪਲ ਅਤੇ ਸੱਚੇ ਹੁੰਦੇ ਨੇ ਡੂ ਨਾਟ ਫਾਲ ਅ ਪ੍ਰੇ ਟੂ ਪ੍ਰਾਈਡ ਜਿਹੜਾ ਸ਼ਿਕਾਰ ਨਹੀਂ ਹੁੰਦੇ ਕਿਸ ਚੀਜ਼ ਦਾ ਪ੍ਰਾਈਡ ਦਾ ਮੀਨਸ ਸ਼ੌਹਰਤ ਦਾ ਵੀ ਮੈਨੂੰ ਸ਼ੌਹਰਤ ਮਿਲ ਜਾਵੇ ਉਸ ਚੀਜ਼ ਦਾ ਸ਼ਿਕਾਰ ਨਹੀਂ ਹੁੰਦੇ ਐਂਡ ਵਾਈਸਿਸ ਅਤੇ ਜਿਨ੍ਹਾਂ ਦੀਆਂ ਬੁਰੀਆਂ ਆਦਤਾਂ ਨਹੀਂ ਹੁੰਦੀਆਂ ਵਾਈਸ ਹੁੰਦਾ ਮੀਨਸ ਆਪਣਾ ਕੋਈ ਬੈਡ ਬਿਹੇਵੀਅਰ ਹੋਵੇ ਐਂਡ ਹੈਵ ਫੇਥ ਇਨ ਗੋਡ ਐਂਡ ਓਨੈਸਟੀ ਜਿਨ੍ਹਾਂ ਦਾ ਵਿਸ਼ਵਾਸ ਹੁੰਦਾ ਫੇਥ ਹੁੰਦਾ ਟਰਸਟ ਹੁੰਦਾ ਬਲੀਵ ਹੁੰਦਾ ਕਿਸ ਚੀਜ਼ 'ਚ ਪਰਮਾਤਮਾ 'ਚ ਅਤੇ ਇਮਾਨਦਾਰੀ 'ਚ ਆਰ ਟਰੂਲੀ ਹੈਪੀ ਉਹ ਸੱਚੇ ਤੌਰ 'ਤੇ ਖੁਸ਼ ਹੁੰਦੇ ਨੇ ਸੋ ਦਿਸ ਵਾਜ਼ ਦਾ ਇਲਸਟ੍ਰੇਸ਼ਨ Now we will discuss the poem line by line. How happy is he born or taught? ਕਹਿੰਦਾ ਕੋਈ ਇਨਸਾਨ ਹਾਊ ਦਾ ਕੋਈ ਇਨਸਾਨ ਦੀ ਗੱਲ ਕਰ ਰਿਹਾ ਇੱਥੇ ਕੋਈ ਇਨਸਾਨ ਜੋ ਜਨਮ ਤੋਂ ਹੀ ਜਾਂ ਜੋ ਕੁਝ ਵੀ ਉਹ ਸਿੱਖਦਾ ਹੈ ਕਿੰਨਾ ਖੁਸ਼ ਹੁੰਦਾ ਹੈ ਦੈਟ ਉਹ ਸਰਵਿਥ ਨਾਟ ਅਨਦਰਜ਼ ਵਿਲ ਜਿਹੜਾ ਇੱਥੇ ਸਰਵਿਥ ਹੈ ਸਰਵਿਥ ਦਿਸ ਇਜ਼ the ancient word archaic word. This word usually used by the poets in the ancient times. So its literally meaning is serve. S-E-R-B-E. So ਇੱਥੇ ਫਸਟ ਟੂ ਲਾਈਨਸ ਦਾ ਮਤਲਬ ਕੀ ਬਣਿਆ ਕਿ ਕੋਈ ਵੀ ਇਨਸਾਨ ਹੈ ਉਹ ਕਿੰਨਾ ਖੁਸ਼ ਹੁੰਦਾ ਜਨਮ ਤੋਂ ਹੀ ਜਾਂ ਜੋ ਕੁਝ ਵੀ ਉਹ ਸਿੱਖਦਾ ਹੈ ਉਹਦੇ ਵਿੱਚ ਉਹਨੂੰ ਕਿੰਨੀ ਖੁਸ਼ੀ ਮਿਲਦੀ ਹੈ ਜੋ ਦੂਸਰਿਆਂ ਦੀ ਇੱਛਾ ਅਨੁਸਾਰ ਕੰਮ ਨਹੀਂ ਕਰਦਾ ਜੋ ਦੂਸਰਿਆਂ ਦੀ ਆਗਿਆ ਦਾ ਪਾਲਣ ਨਹੀਂ ਕਰਦਾ ਸੋ ਉਹ ਇਨਸਾਨ ਕਿੰਨਾ ਖੁਸ਼ ਹੁੰਦਾ ਹੈ ਹੂਜ਼ ਆਰਮਰ ਉਸਦਾ ਜਿਹੜਾ ਕਵਚ ਹੈ ਇਜ਼ ਹਿਜ਼ ਓਨੈਸਟ ਥੋਟ ਕਵਚ ਹੁੰਦਾ ਮੀਨਸ ਜਿਵੇਂ ਤੁਸੀਂ ਦੇਖੋਗੇ ਆਰਮੀ 'ਚ ਪਾਇਆ ਹੁੰਦਾ ਆਰਮੀ ਮੈਨ ਦੇ ਕਵਚ ਪਾਇਆ ਹੁੰਦਾ ਤਾਂ ਜੋ ਉਹਨਾਂ ਨੂੰ ਕੋਈ ਗੋਲੀ ਵਗੈਰਾ ਨਾ ਲੱਗ ਜੇ ਸੋ ਇੱਥੇ ਆਰਮਰ ਦਾ ਮਤਲਬ ਹੈ ਜਿਹੜੀ ਮੀਨਸ ਉਹਦਾ ਕਵਚ ਹੈ ਇੱਥੇ ਐਬਸਟਰੈਕਟ ਗੱਲ ਹੋ ਰਹੀ ਹੈ ਜਿਹੜਾ ਉਹਦਾ ਕਵਚ ਹੈ ਉਹ ਕੀ ਹੈ ਉਹਦੀ ਇਮਾਨਦਾਰੀ ਦੇ ਥੋਟ ਨੇ ਉਹਦੀ ਸੋਚ ਹੈ ਐਂਡ ਸਿੰਪਲ ਟਰੁੱਥ ਹਿਜ਼ ਅਟਮੋਸਟ ਸਕਿੱਲ ਅਤੇ ਉਹਦੀ ਜਿਹੜੀ ਮਤਲਬ ਸਿੱਧਾ ਸੱਚ ਬੋਲਦਾ ਉਹ ਕੀ ਉਹਦੀ ਗ੍ਰੇਟੈਸਟ ਅਟਮੋਸਟ ਹੁੰਦਾ ਸਭ ਤੋਂ ਵਧੀਆ ਸਕਿੱਲ ਕੀ ਹੈ ਉਹਦੀ ਜਿਹੜਾ ਉਹ ਸਿੱਧਾ ਅਤੇ ਸਾਫ਼ ਸੱਚ ਬੋਲਦਾ ਹੂਜ ਪੈਸ਼ਨਸ ਨਾਟ ਹਿਜ਼ ਮਾਸਟਰਸ ਆਰ ਪੈਸ਼ਨ ਹੁੰਦਾ ਫਿਰ ਉਹੀ ਗੱਲ ਆ ਗਈ ਐਂਬੀਸ਼ਨਸ ਡਿਜ਼ਾਇਰਸ ਜੋ ਵੀ ਹੁੰਦੀਆਂ ਨੇ ਆਪਣੀ ਇੱਛਾਵਾਂ ਹੁੰਦੀਆਂ ਨੇ ਉਹ ਕੀ ਨੇ ਉਹਦੀ ਮਤਲਬ ਉਹਦੇ 'ਤੇ ਉਹਦੀਆਂ ਇੰਨਾ ਪੋਜੈਸਿਵ ਨਹੀਂ ਹੈਗਾ ਉਹ ਚੀਜ਼ਾਂ ਨਾਲ ਜਿਵੇਂ ਇੱਕ ਇਨਸਾਨ ਹੁੰਦਾ ਜਿਸ ਦੀਆਂ ਪੈਸ਼ਨਸ ਹੁੰਦੇ ਨੇ ਇੱਛਾਵਾਂ ਹੁੰਦੀਆਂ ਨੇ ਉਹਦੇ ਮਤਲਬ ਦਿਮਾਗ ਦੇ ਉੱਪਰ ਦੀ ਚੜ੍ਹੀਆਂ ਹੁੰਦੀਆਂ ਨੇ ਕਿ ਮੈਨੂੰ ਇਹੀ ਚੀਜ਼ ਚਾਹੀਦੀ ਹੈ ਇਸ ਤਰ੍ਹਾਂ ਨਹੀਂ ਹੈਗਾ ਹੈਪੀ ਮੈਨ ਹੂਜ਼ ਸੋਲ ਇਜ਼ ਸਟਿਲ ਪ੍ਰੀਪੇਅਰਡ ਫਾਰ ਡੈਥ ਜੋ ਇਸਦੀ ਆਤਮਾ ਹੈ ਉਹ ਹਰ ਵਕਤ ਮੌਤ ਵਾਸਤੇ ਤਿਆਰ ਰਹਿੰਦੀ ਹੈ ਸੋ ਹੈਪੀ ਮੈਨ ਇਜ਼ ਲਿਟਰਲੀ ਦੈਟ ਮੈਨ ਹੂ ਆਲਵੇਜ਼ ਪ੍ਰੀਪੇਅਰਡ ਫਾਰ ਦ ਡੈਥ ਮੀਨ ਜੋ ਹਮੇਸ਼ਾ ਡੈਥ ਵਾਸਤੇ ਤਿਆਰ ਰਹਿੰਦਾ ਹੈ ਓਬਵੀਅਸ ਹੈ ਉਹ ਸਭ ਤੋਂ ਖੁਸ਼ ਇਨਸਾਨ ਹੋਵੇਗਾ ਉਸਨੂੰ ਕਿਸੇ ਦੀ ਪਰਵਾਹ ਨਹੀਂ ਹੋਵੇਗੀ ਉਹ ਕਿਸੇ ਚੀਜ਼ ਤੋਂ ਨਹੀਂ ਡਰੇਗਾ ਨੈਕਸਟ ਲਾਈਨ untied unto the world with care ਇੱਥੇ ਜਿਹੜਾ word ਹੈ here is a mistake it is written as united so its meaning is untied unto the world with care of public frame or private breath ਇੱਥੇ ਇਹ ਕਿਹਾ ਕਿ ਜੋ ਹੈਪੀ ਪਰਸਨ ਹੈ ਕੋਈ ਵੀ ਹੈਪੀ ਪਰਸਨ ਹੈ ਉਹ unto ਦਾ ਮਤਲਬ this is also an ancient word ਇਹਦਾ ਲਿਟਰਲੀ ਮੀਨਿੰਗ ਹੁੰਦਾ ਦੋ ਮੀਨਿੰਗ ਹੁੰਦੇ ਨੇ ਇੱਕ ਤਾਂ ਇਹਦਾ ਹੁੰਦਾ until ਉਦੋਂ ਤੱਕ ਇੱਕ ਹੁੰਦਾ ਟੂ ਜੋ ਕਿਸੇ ਨਾਲ ਜੋੜਨ ਦੀ ਗੱਲ ਹੋਵੇ ਮੀਨਸ ਅਨਟਾਈਡ ਹੁੰਦਾ ਕਿਸੇ ਨਾਲ ਉਹ ਸੰਸਾਰ ਨਾਲ ਕਿਹੜੇ ਸੰਸਾਰ ਨਾਲ
केयर ऑफ पब्लिक फेम और प्राइवेट ब्रेथ। मीनस जो हैप्पी परसन है ਉਹ ਉਸਨੂੰ ਨਾ ਤਾਂ ਪਬਲਿਕ ਫੇਮ ਦੀ ਕੇਅਰ ਕਰਦਾ ਉਹ ਅਤੇ ਨਾ ਹੀ ਪ੍ਰਾਈਵੇਟ ਬ੍ਰੈਥ। ਪ੍ਰਾਈਵੇਟ ਬ੍ਰੈਥ ਦਾ ਮਤਲਬ ਹੁੰਦਾ ਜੋ ਲੋਕ ਪ੍ਰਾਈਵੇਟ ਦੇ ਵਿੱਚ ਆਪਣੀਆਂ ਗੱਲਾਂ ਕਰਦੇ ਹੁੰਦੇ ਨੇ, ਮੀਨਸ ਕਿਸੇ ਦੇ ਪਿੱਛੇ ਗੱਲ ਕਰਨੀ। ਸੋ ਉਸਨੂੰ ਕਿਸੇ ਦੇ ਨਿੱਜੀ ਜੋ ਵੀ ਹੁੰਦੇ ਨੇ ਮੀਨਸ ਗੱਲਾਂ ਹੁੰਦੀਆਂ ਨੇ ਉਹਨਾਂ ਦੀ ਵੀ ਪਰਵਾਹ ਨਹੀਂ, ਅਤੇ ਨਾ ਹੀ ਉਸਨੂੰ ਪਬਲਿਕ ਫੇਮ ਦੀ ਪਰਵਾਹ ਹੈ ਜੋ ਸ਼ੋਹਰਤ ਹੁੰਦੀ ਹੈ। ਸੋ ਉਹਦੇ ਨਾਲ ਉਹ ਬੰਨਿਆ ਨਹੀਂ ਹੁੰਦਾ। ਹੂ ਐਨਵੀਜ਼ ਨਨ whom chance doth raise nor wise who never understood। ਐਨਵੀਜ਼ ਦਾ ਮਤਲਬ ਹੁੰਦਾ ਈਰਖਾ ਕਰਨਾ। ਐਨਵੀਜ਼ ਦਾ ਮਤਲਬ ਹੁੰਦਾ ਈਰਖਾ ਕਰਨਾ। ਇੱਕ ਐਨਵੀ ਉਹ ਵੀ ਹੁੰਦਾ ਜਦੋਂ ਮੀਨਸ ਆਪਣਾ ਜਿਹੜਾ ਐਂਬੈਸਡਰ ਹੁੰਦਾ ਐਂਬੈਸੀਜ਼ ਦੇ ਵਿੱਚ ਉਹਨਾਂ ਦੇ ਅੰਡਰ ਇੱਕ ਇਨਸਾਨ ਕੰਮ ਕਰਦਾ ਹੁੰਦਾ ਉਹਨੂੰ ਵੀ ਐਨਵੀ ਬੋਲਦੇ ਹੁੰਦੇ ਨੇ। ਸੋ ਇੱਥੇ ਐਨਵੀਜ਼ ਦਾ ਮਤਲਬ ਹੁੰਦਾ ਈਰਖਾ ਕਰਨਾ। ਮੀਨਸ ਉਹ ਕਿਸ ਦਾ ਈਰਖਾ ਨਹੀਂ ਕਰਦਾ। ਇੱਥੇ ਚੈਂਸ ਦਾ ਮਤਲਬ ਹੁੰਦਾ ਹੈਗਾ, ਇੱਥੇ ਜਿਹੜਾ ਲਾਈਨ ਦੇ ਵਿੱਚ ਚੈਂਸ ਦਾ ਮਤਲਬ ਹੈ ਉਹ ਹੈ ਲੱਕ। ਮੀਨਸ ਉਹ ਉਹਨਾਂ ਨਾਲ ਈਰਖਾ ਨਹੀਂ ਕਰਦਾ ਜੋ ਲੱਕ ਨਾਲ ਉੱਪਰ ਜਾਂਦੇ ਨੇ ਰੇਜ਼, ਜਾਂ ਕੋਈ ਮਾੜੇ ਕੰਮ ਕਰਕੇ ਉੱਪਰ ਜਾਂਦੇ ਨੇ, ਕਿਉਂਕਿ ਉਹ ਇਹਨਾਂ ਗੱਲਾਂ ਨੂੰ ਸਮਝਦਾ ਹੀ ਨਹੀਂ। ਹੂ ਨੈਵਰ ਅੰਡਰਸਟੂਡ। ਨੈਕਸਟ ਲਾਈਨ, ਹਾਊ ਡੀਪੈਸਟ ਵਾਊਂਡਸ ਆਰ ਗਿਵਨ ਵਿਦ ਪ੍ਰੇਜ਼। ਉਹ ਕਹਿ ਰਿਹਾ ਕਿ ਜਿਹੜੇ ਮਤਲਬ ਪ੍ਰਸ਼ੰਸਾ ਕਰਦੇ ਹੋ ਉਹ ਕਿੰਨੇ ਡੂੰਘੇ ਜ਼ਖਮ ਪੈਦਾ ਕਰਦੀਆਂ ਨੇ। ਇੱਥੇ ਪ੍ਰੇਜ਼ ਦਾ ਮਤਲਬ ਹੈ ਪ੍ਰਸ਼ੰਸਾ ਕਰਨਾ, ਪਰ ਇੱਥੇ ਕਿਵੇਂ ਲਵਾਂਗੇ ਝੂਠੀ ਪ੍ਰਸ਼ੰਸਾ ਕਰਨਾ। ਮੀਨਸ ਕਿਸੇ ਦੀ ਝੂਠੀ ਪ੍ਰਸ਼ੰਸਾ ਕਰਨਾ ਕਿੰਨੇ ਡੂੰਘੇ ਜ਼ਖਮ ਪੈਦਾ ਕਰਦੀ ਹੈ। ਨੌਰ ਰੂਲਸ ਆਫ ਸਟੇਟ ਬਟ ਰੂਲਸ ਆਫ ਗੁੱਡ। ਮੀਨਸ ਉਹ ਧੱਕੇ ਨਾਲ ਜਾਂ ਤਾਨਾਸ਼ਾਹੀ ਕਰਕੇ ਕਿਸੇ ਦੇ ਦਿਲ ਵਿੱਚ ਜਗ੍ਹਾ ਨਹੀਂ ਬਣਾਉਂਦਾ। ਰੂਲਸ ਆਫ ਸਟੇਟ ਇਹੀ ਗੱਲ ਹੋ ਰਹੀ ਹੈ, ਬਟ ਰੂਲਸ ਆਫ ਗੁੱਡ ਸਮਾਂ ਚੰਗੇ ਕੰਮ ਕਰਕੇ ਕਿਸੇ ਦੇ ਦਿਲ ਵਿੱਚ ਜਗ੍ਹਾ ਬਣਾਉਂਦਾ। ਅ ਹੈਪੀ ਪਰਸਨ। ਹੂ ਗੋਡ ਡਥ ਲੇਟ ਐਂਡ ਅਰਲੀ ਪ੍ਰੇ। ਉਹ ਕੀ ਕਰਦਾ ਹੈ ਹਮੇਸ਼ਾ, ਡਥ ਦਾ ਮਤਲਬ ਇੱਥੇ ਡੂ ਹੈ, ਦਿਸ ਇਜ਼ ਆਲਸੋ ਐਨ ਐਨਸ਼ੀਅੰਟ ਵਰਡ। ਉਹ ਕੀ ਹੈ ਪਰਮਾਤਮਾ ਦੀ ਲੇਟ ਸ਼ਾਮ ਵੇਲੇ ਅਤੇ ਸਵੇਰੇ ਪ੍ਰੇ ਕਰਦਾ, ਪ੍ਰਾਰਥਨਾ ਕਰਦਾ ਪਰਮਾਤਮਾ ਅੱਗੇ। ਮੋਰ ਆਫ ਹਿਜ਼ ਗ੍ਰੇਸ ਦੈਨ ਗਿਵਸ ਟੂ ਲੈਂਡ। ਦੇਖਿਓ ਇੱਥੇ ਹਿਜ਼ ਜਿਹੜਾ ਵਰਡ ਹੈ ਉਹਦੀ ਐਚ ਹੈ ਜਿਹੜੀ ਉਹ ਕੈਪੀਟਲ ਹੈ। ਇਟ ਮੀਨਸ ਕਿਸ ਨੂੰ ਡਿਨੋਟ ਕਰ ਰਹੀ ਹੈ ਗੋਡ ਨੂੰ। ਮੀਨਸ ਉਹ ਉਸਦੀ ਜਿਹੜੀ ਬਲੈਸਿੰਗ ਨੇ ਉਹਦੇ ਵਾਸਤੇ ਪ੍ਰੇ ਕਰਦਾ, ਨਾ ਕਿ ਕੋਈ ਜਿਹੜੀਆਂ ਮਟੀਰੀਅਲ ਥਿੰਗਸ ਨੇ ਗਿਫਟਸ ਲੈਣ ਵਾਸਤੇ, ਉਹਦੇ ਵਾਸਤੇ ਉਹ ਪ੍ਰੇ ਨਹੀਂ ਕਰਦਾ। ਹੂ ਐਂਟਰਟੇਨਸ ਦਾ ਹਾਰਮਲੈਸ ਡੇ। ਉਹ ਕੀ ਕਰਦਾ ਹੈ ਇੱਕ ਜਿਹੜਾ ਹਾਰਮਲੈਸ ਡੇ ਹੈ ਮੀਨਸ ਜਿਹਦੇ ਵਿੱਚ ਕਠਿਨਾਈਆਂ ਨਹੀਂ ਹੁੰਦੀਆਂ, ਉਹ ਇੱਕ ਇੰਨਾ ਸੋਹਣਾ ਦਿਨ ਜਿਉਂਦਾ ਹੈਗਾ ਵਿਦ ਅ ਰਿਲੀਜੀਅਸ ਬੁੱਕ। ਕੋਈ ਧਾਰਮਿਕ ਬੁੱਕ ਪੜ੍ਹ ਕੇ ਜਾਂ ਇੱਕ ਦੋਸਤ ਨਾਲ ਵਧੀਆ ਦੋਸਤ ਨਾਲ ਰਹਿ ਕੇ ਆਪਣੇ ਦਿਨ ਨੂੰ ਕੀ ਕਰਦਾ ਐਂਟਰਟੇਨ ਕਰਦਾ। ਦਿਸ ਮੈਨ ਇਜ਼ ਫਰੀ ਫਰੋਮ ਸਰਵਾਈਲ। ਇੱਥੇ ਆਊਗਾ ਬੌਂਡ, ਬੈਂਡ ਇਜ਼ ਆਲਸੋ ਰੋਂਗ ਵਰਡ, ਇੱਥੇ ਬੌਂਡ ਆਏਗਾ। ਸੋ ਕੀ ਕਰਦਾ ਗਾ ਇੱਕ ਮੀਨਸ ਜੋ ਵੀ ਫ੍ਰੀ ਹੁੰਦਾ ਕਿਸ ਤੋਂ ਸਰਵਾਈਲ ਬੌਂਡਸ ਦੇ ਵਿੱਚੋਂ। ਸਰਵਾਈਲ ਦਾ ਮਤਲਬ ਇੱਥੇ ਆ ਗਿਆ ਸਲੈਬਿਸ਼, ਮੀਨਸ ਕੋਈ ਕਿਸੇ ਦਾ ਗੁਲਾਮ ਹੋਣਾ, ਉਹ ਚੀਜ਼ਾਂ ਤੋਂ ਬਿਲਕੁਲ ਫ੍ਰੀ ਹੁੰਦਾ ਹੈ। ਕਿਸ ਚੀਜ਼ ਦੀਆਂ ਚੀਜ਼ਾਂ ਤੋਂ ਗੁਲਾਮ? ਆਫ ਹੋਪ ਟੂ ਰਾਈਜ਼ ਔਰ ਫੀਅਰ ਟੂ ਫਾਲ। ਮੀਨਸ ਉੱਪਰ ਉੱਠਣ ਦੀ ਆਸ ਅਤੇ ਥੱਲੇ ਡਿੱਗਣ ਦਾ ਡਰ, ਉਹ ਚੀਜ਼ਾਂ ਤੋਂ ਕੀ ਹੁੰਦਾ ਬਿਲਕੁਲ ਫ੍ਰੀ ਹੁੰਦਾ। ਆਪਾਂ ਹੁਣ ਤੱਕ ਕਿਹਦੀ ਗੱਲ ਕਰ ਰਹੇ ਹਾਂ? ਇੱਕ ਹੈਪੀ ਪਰਸਨ ਦੀ। ਲਾਰਡ ਆਫ ਹਿਮਸੈਲਫ ਦੋ ਨਾਟ ਆਫ ਲੈਂਡਸ। ਉਹ ਕੀ ਆਪਣੇ ਆਪ ਦਾ ਹੀ ਮਾਲਕ ਹੁੰਦਾ, ਆਪਣੇ ਆਪ ਦਾ ਹੀ ਉਹ ਰਾਜਾ ਹੁੰਦਾ, ਭਾਵੇਂ ਕਿ ਉਹਦੇ ਕੋਲ ਲੈਂਡਸ ਨਹੀਂ ਹੁੰਦੀਆਂ। ਮੀਨਸ ਉਹਦੇ ਕੋਲ ਭਾਵੇਂ ਕੋਈ ਪ੍ਰੋਪਰਟੀ ਨਹੀਂ ਹੈ, ਫਿਰ ਵੀ ਉਹ ਆਪਣੇ ਆਪ ਦਾ ਰਾਜ ਹੈਗਾ। ਐਂਡ ਹੈਵਿੰਗ ਨਥਿੰਗ, ਭਾਵੇਂ ਕਿ ਉਹਦੇ ਕੋਲ ਕੁਛ ਵੀ ਨਹੀਂ ਹੁੰਦਾ। ਜੈਟ ਹੈਥ ਆਲ, ਫਿਰ ਵੀ ਉਹਦੇ ਕੋਲ ਸਭ ਕੁਛ ਹੁੰਦਾ। ਇੱਥੇ ਜਿਹੜਾ ਹੈਥ ਇਹ ਹੈਗੀ ਹੈ ਐਂਸ਼ੀਅੰਟ ਵਰਡ ਹੈ, ਇਹਦਾ ਮਤਲਬ ਹੁੰਦਾ ਹੈਵ। ਸੋ ਦਿਸ ਵਾਜ ਦਾ ਪੋਇਮ। This poem is literally illustrate a character of a happy man. So hope you understand the poem, and this poem is written by Sir Henry Wotton. So what is ahead? Here is a little description about Sir Henry Wotton. Sir Henry Wotton was born in 1568 in Kent, UK. ਜੋ ਉਹਨਾਂ ਦਾ ਜਨਮ ਸੀ ਉਹ ਕੈਂਟ ਇੱਕ ਸਿਟੀ ਹੋਏਗੀ UK ਦੀ, ਉਸ ਵਿੱਚ ਜਨਮ ਹੋਇਆ ਉਹਨਾਂ ਦਾ। He was a poet and diplomat. ਉਹ ਕੀ ਸੀ? ਮਹਾਨ ਕਵੀ ਸੀ ਅਤੇ ਡਿਪਲੋਮੈਟ ਸੀ। ਡਿਪਲੋਮੈਟ ਦਾ ਮਤਲਬ ਹੁੰਦਾ ਹੈ ਕੋਈ ਵੀ ਇਨਸਾਨ ਜੋ ਆਪਣੀ ਕੰਟਰੀ ਨੂੰ ਫੋਰਨ ਕੰਟਰੀ ਦੇ ਵਿੱਚ ਜਾ ਕੇ ਰਿਪਰੈਜ਼ੈਂਟ ਕਰੇ, ਜਿਵੇਂ ਐਨਵੀ ਹੋ ਗਿਆ ਐਂਡ ਐਂਬੈਸਡਰਸ ਹੋ ਗਏ, ਹੋਰ ਬਹੁਤ ਤਰ੍ਹਾਂ ਦੇ ਇਨਸਾਨ ਜੋ ਆਪਣੀ ਕੰਟਰੀ ਨੂੰ ਰਿਪਰੈਜ਼ੈਂਟ ਕਰਦੇ ਨੇ ਫੋਰਨ ਕੰਟਰੀ ਦੇ ਵਿੱਚ ਜਾ ਕੇ। ਐਂਬੈਸਡਰ ਜੋ ਆਪਣੀ ਐਂਬੈਸੀਜ਼ ਦੇ ਵਿੱਚ ਬਹਿੰਦੇ ਨੇ, ਜੋ ਫੋਰਨ ਕੰਟਰੀ ਦੇ ਵਿੱਚ ਇੰਡੀਆ ਦੀਆਂ ਐਂਬੈਸੀਜ਼ ਬਣੀਆਂ ਹੋਈਆਂ ਨੇ। ਵੋਟਨ ਸਟੱਡੀਡ ਐਟ ਵਿਨਚੈਸਟਰ ਐਂਡ ਆਕਸਫੋਰਡ। ਜੋ ਵੋਟਨ ਸੀ ਉਹਨਾਂ ਨੇ ਕਿੱਥੇ ਪੜ੍ਹਾਈ ਕੀਤੀ ਸੀ? ਵਿਨਚੈਸਟਰ ਦੇ ਵਿੱਚ ਅਤੇ ਆਕਸਫੋਰਡ ਦੇ ਵਿੱਚ। ਦੀਜ਼ ਆਰ ਦਾ ਮੇਜਰ ਸਿਟੀਜ਼ ਆਫ ਦਾ ਇੰਗਲੈਂਡ। ਇਨ 1595 ਵਿੱਚ
He was engaged by Earl of Essex as agent and secretary. ਉਹਨਾਂ ਨੇ Earl of Essex, अर्ल ਹੁੰਦਾ ਇੱਕ ਮੀਨਸ ਰੈਂਕਿੰਗ ਹੁੰਦੀ ਹੈ ਇੰਗਲੈਂਡ ਦੇ ਵਿੱਚ, ਮੀਨਸ ਜੋ ਹਾਈ ਰੈਂਕਿੰਗ ਬੰਦੇ ਹੁੰਦੇ ਨੇ ਜਿਵੇਂ ਕਿੰਗ ਦੇ ਹੇਠਾਂ ਜੋ ਵੀ ਕੰਮ ਕਰਦੇ ਨੇ ਜਾਂ ਕੁਈਨ ਦੇ ਹੇਠਾਂ। ਐਸੈਕਸ ਕੀ ਇੱਕ ਕਾਉਂਟੀ ਇੰਗਲੈਂਡ ਦੇ ਵਿੱਚ, ਤੁਸੀਂ ਸਿਟੀ ਕਹਿ ਸਕਦੇ ਹੋ। ਉਹਦਾ ਜੋ अर्ल ਸੀ ਉਹਦੇ ਅੰਡਰ ਕੰਮ ਕੀਤਾ ਸੀ, ਕਿਵੇਂ ਇੱਕ ਏਜੰਟ ਦੇ ਰੂਪ 'ਚ ਜੋ ਇਨਫੋਰਮੇਸ਼ਨ ਦਿੰਦੇ ਨੇ ਅਤੇ ਸੈਕਰੈਟਰੀ ਦੇ ਰੂਪ 'ਚ। ਹਿਜ਼ ਪੋਇਮਸ, ਉਹਦੀਆਂ ਜਿਹੜੀਆਂ ਪੋਇਮ ਸੀ ਉਹਨਾਂ ਦੀਆਂ, ਐਂਡ ਅਦਰ ਰਾਈਟਿੰਗਸ ਅਤੇ ਦੂਜੀਆਂ ਜੋ ਲਿਖੀਆਂ ਹੋਈਆਂ ਗੱਲਾਂ ਸੀ, ਵਰ ਕਲੈਕਟਡ ਇਨ 1651, ਉਹ 1651 ਵਿੱਚ ਲੱਭੀਆਂ। So what is the homework now? What you have to do? You have to write first 3 questions on your fair notebooks with answers also. So where are the answers of first 3 questions? Let me show you. Yes, here is the first answer. Just pause the video and write down the answer. And here is the second answer. The answer of the second and third question is literally same because they ask the central idea of the poem in the second question and summary of the poem in the third question. So it is literally same. So pause the video and write down the answer. And hope you understand the every word and every line of the poem. And the remaining portion of the poem we will discuss in the next video. Thank you very much.